ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡਾ ਅਮਰਜੋਤ ਸਿੰਘ। ਪਿਛਲੇ ਟਾਈਮ ਤੋਂ ਜਿਹੜਾ ਹੈ ਇੱਕ ਕਾਫੀ ਮੁੱਦਾ ਜਿਹੜਾ ਸਾਹਮਣੇ ਆਇਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜੀ ਹੈ ਇੱਕ ਕਾਨਫਰੰਸ ਦੇ ਵਿੱਚ ਇੱਕ ਗੱਲ ਕਹੀ ਗਈ ਕਿ ਹੁਣ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਰਾਗੀ ਸਿੰਘ ਕੀਰਤਨ ਕਰਦੇ ਨੇ ਉਹਨਾਂ ਨੂੰ ਇੱਕ ਸਮਾਂ ਦਿੱਤਾ ਗਿਆ ਹੈ ਕਿ ਅਗਲੇ 2 ਸਾਲ ਦੇ ਵਿੱਚ ਉਹ ਹਾਰਮੋਨੀਅਮ ਜੋ ਹੈ ਉਹ ਉੱਥੋਂ ਦੀ ਹਟਾ ਦੇਣਗੇ। ਜਿਹੜਾ ਵੀ ਕੀਰਤਨ ਹੋਏਗਾ ਉਹ ਸਿਰਫ ਪੁਰਾਤਨ ਜਿਹੜੇ ਤੰਤੀ ਸਾਜ਼ ਸੀ ਗੁਰੂ ਸਾਹਿਬਾਂ ਵੱਲੋਂ ਦਿੱਤੇ ਗਏ ਸੀ, ਸਿਰਫ ਉਹਦੇ ਤੇ ਹੀ ਕੀਰਤਨ ਜਿਹੜਾ ਹੈ ਨਿਰਧਾਰਿਤ ਰਾਗਾਂ ਦੇ ਵਿੱਚ ਹੋਏਗਾ। ਹਾਰਮੋਨੀਅਮ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ। ਇਸੇ ਟੌਪਿਕ ਨੂੰ ਲੈ ਕੇ ਜਿਹੜਾ ਕਾਫੀ ਆਲ ਓਵਰ ਵਰਲਡ ਦੇ ਵਿੱਚ ਜਿਹੜੇ ਰਾਗੀ ਸਿੰਘ ਨੇ ਉਹਨਾਂ ਦੇ ਵਿੱਚ ਰੋਸ ਵੀ ਦੇਖਣ ਨੂੰ ਮਿਲਿਆ। ਕਈ ਜਣੇ ਜਿਹੜੇ ਨੇ ਇਹਦਾ ਵਿਰੋਧ ਕਰ ਰਹੇ ਨੇ ਤੇ ਕਾਫੀ ਜਣੇ ਜਿਹੜੇ ਇਹਦੀ ਹਿਮਾਇਤ ਦੇ ਵਿੱਚ ਵੀ ਸਾਹਮਣੇ ਆਏ ਨੇ। ਅੱਜ ਸਾਡੇ ਨਾਲ ਮੌਜੂਦ ਨੇ ਜੀ ਵੀਰ ਪਰਮਪਾਲ ਸਿੰਘ ਜੀ, ਹਿਸਟੋਰੀਅਨ ਨੇ, ਇਤਿਹਾਸ ਦੀ ਬਹੁਤ ਜਿਹੜੀ ਹੈ ਉਹਨਾਂ ਨੂੰ ਨੌਲੇਜ ਹੈ, ਕਾਫੀ ਇੱਕ ਉੱਚ ਵਿਦਵਾਨ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ, ਤੁਹਾਨੂੰ ਮਿਲਵਾਵਾਂਗੇ ਅੱਜ ਤੇ ਤੁਹਾਨੂੰ ਦੱਸਾਂਗੇ ਕੀ ਹੈ ਪੂਰਾ ਮਾਮਲਾ, ਕਿਉਂ ਗੁਰਬਾਣੀ ਜਿਹੜੀ ਹੈ ਉਹ ਤੰਤੀ ਸਾਜ਼ਾਂ ਦੇ ਉੱਪਰ ਹੀ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਤੇ ਸਾਨੂੰ ਕਿਉਂ ਇਹ ਵਰਤਣੇ ਚਾਹੀਦੇ ਨੇ। ਜੀ ਵੀਰ ਜੀ, ਸਵਾਗਤ ਹੈ ਜੀ ਤੁਹਾਡਾ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜਾ ਟੌਪਿਕ ਅਸੀਂ ਅੱਜ ਲੈ ਕੇ ਚੱਲ ਰਹੇ ਹਾਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਅਸੀਂ ਤੰਤੀ ਸਾਜ਼ ਹੀ ਵਰਤਾਂਗੇ ਅੱਗੇ ਕੀਰਤਨ ਵਾਸਤੇ। ਪਿਛਲੇ ਕੁਝ ਟਾਈਮ ਤੋਂ ਜਿਹੜਾ ਆਲਰੇਡੀ ਹਾਰਮੋਨੀਅਮ ਦੇ ਨਾਲ ਤੰਤੀ ਸਾਜ਼ ਜਿਹੜਾ ਹੈ ਉਹ ਇੱਕ ਉੱਥੇ ਪੱਕਾ ਕਰ ਦਿੱਤਾ ਗਿਆ ਸੀ ਕਿ ਉਹ ਵੀ ਨਾਲ ਹੋਏਗਾ, ਪਰ ਹੁਣ ਇਹ ਗੱਲ ਕਹੀ ਗਈ ਹੈ ਕਿ ਹਾਰਮੋਨੀਅਮ ਜਿਹੜਾ ਹੈ ਉਹਨੂੰ ਅਸੀਂ ਉੱਥੋਂ ਕੱਢ ਦੇਣਾ। ਹਾਰਮੋਨੀਅਮ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਨਹੀਂ ਹੋਏਗਾ, ਅਸੀਂ ਸਿਰਫ ਤੰਤੀ ਸਾਜ਼ਾਂ ਦੇ ਨਾਲ ਹੀ ਕੀਰਤਨ ਕਰਾਂਗੇ। ਤੇ ਇਹਦਾ ਕੀ ਕਾਰਨ ਹੈ ਪਿਛੋਂ? ਵੀਰੇ, ਮੈਂ ਇੱਥੋਂ ਸ਼ੁਰੂਆਤ ਕਰਦਾ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਸੰਗੀਤ ਸਾਡੀ ਝੋਲੀ ਪਾਇਆ ਉਹ ਸ਼ਾਸਤਰੀ ਸੰਗੀਤ ਨਹੀਂ ਹੈ ਜੀ। ਬਹੁਤੀ ਵਾਰੀ ਆਮ ਸੰਗਤ ਜਿਹੜੀ ਹੈ ਉਹਨੂੰ ਜ਼ਿਆਦਾ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੀ। ਜਿਹੜੇ ਟੈਕਨੀਕਲ ਮਾਹਿਰ ਨੇ ਗੁਰਮਤਿ ਸੰਗੀਤ ਦੇ ਉਹੀ ਉਹਨੂੰ ਡਿਫਰੈਂਸ਼ੀਏਟ ਕਰ ਪਾਉਂਦੇ ਆ ਕਿ ਜਿਹੜਾ ਲੋਕਾਂ ਨੂੰ ਲੱਗਦਾ ਪੱਕੇ ਰਾਗਾਂ 'ਚ ਬਾਣੀ ਹੈ ਤੇ ਜਾਂ ਫਿਰ ਕੱਚੇ ਮਤਲਬ ਰੀਤਾਂ 'ਚ ਬਾਣੀ। ਲੋਕਾਂ ਨੂੰ ਬਾਹਲਾ ਪਤਾ ਨਹੀਂ ਹੈਗਾ ਕਿ ਗੁਰਮਤਿ ਸੰਗੀਤ ਕੀ ਹੈ। ਜੀ ਜੀ। ਗੁਰਮਤਿ ਸੰਗੀਤ ਬੇਸਿਕਲੀ ਹੈ ਕਿ ਜਿਹੜਾ ਗੁਰੂ ਦੀ ਮੱਤ ਦੇ ਵਿੱਚੋਂ ਨਿਕਲਿਆ ਹੋਇਆ ਸੰਗੀਤ, ਜੀ, ਜਿਹੜਾ ਗੁਰੂ ਨੇ ਸਾਡੀ ਆਪਣੀ ਮੱਤ ਵਿੱਚ, ਗੁਰੂ ਦੀ ਮੱਤ ਵਿੱਚੋਂ ਜਿਹੜੀ ਆਈ ਹੋਈ ਝੋਲੀ ਪਈ ਹੋਈ ਦਾਤ। ਮੈਂ ਫॉर ਐਗਜ਼ਾਮਪਲ ਕਹਿਣਾ ਚਾਹੁੰਦਾ ਕਿ ਜਿਹੜੇ ਤੰਤੀ ਸਾਜ਼ ਨੇ ਬੇਸਿਕਲੀ ਉਹ ਤੰਤੀ ਸਾਜ਼ਾਂ ਦੀ ਗੱਲ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਰਨੀ ਕਿਉਂ ਪਈ, ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਸਾਡੀ ਜਿਹੜੀ ਵਿਰਾਸਤ ਹੈ ਉਹ ਤੰਤੀ ਸਾਜ਼ ਨੇ। ਕਿਉਂਕਿ ਤੰਤੀ ਸਾਜ਼ਾਂ ਨੂੰ ਗੁਰੂ ਨੇ ਘੜਿਆ। ਹਾਂਜੀ। ਅੱਜ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਲਿਖਿਆ ਸੀ ਕਿ ਰਬਾਬ ਜਿਹੜੀ ਹੈ ਉਹ ਅਫਗਾਨੀ ਸਾਜ਼ ਹੈ। ਬਿਲਕੁਲ ਠੀਕ ਹੈ, ਰਬਾਬ ਅਫਗਾਨੀ ਸਾਜ਼ ਹੈ ਔਰ ਭਾਈ ਮਰਦਾਨਾ ਜੀ ਪਹਿਲਾਂ ਰਬਾਬ ਜਿਹੜੀ ਵਜਾਉਂਦੇ ਸੀ ਉਹ ਅਫਗਾਨੀ ਰਬਾਬ ਸੀਗੀ ਜੀ। ਪਰ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੋਂ ਜਦੋਂ ਸਤਿਗੁਰੂ ਜੀ ਉਦਾਸੀਆਂ ਲਈ ਤੁਰਦੇ ਨੇ ਤੇ ਜਿਹੜੀ ਰਬਾਬ ਭਾਈ ਫਰੰਦੇ ਕੋਲੋਂ ਪਿੰਡ ਭਰੋਆਣਾ ਵਿਖੇ ਸੁਲਤਾਨਪੁਰ ਲੋਧੀ ਬਣਵਾ ਕੇ ਭਾਈ ਮਰਦਾਨਾ ਜੀ ਦੇ ਮੋਢੇ ਤੇ ਧਰੀ, ਉਹ ਰਬਾਬ ਦੀ ਸ਼ਕਲ ਵੇਖੋਗੇ ਤੇ ਅਫਗਾਨੀ ਰਬਾਬ ਦੇ ਵਿੱਚ 100 ਅੰਤਰ ਹੋਣਗੇ। ਨਾਮ ਜ਼ਰੂਰ ਉਹਦਾ ਰਬਾਬ ਹੀ ਰੱਖ ਲਿਆ ਗਿਆ ਲੇਕਿਨ ਉਹ ਪੂਰਾ ਕੰਪਲੀਟਲੀ ਇੱਕ ਡਿਫਰੈਂਟ ਸਾਜ਼ ਹੈ। ਜਿਵੇਂ ਵੇਖਣ ਨੂੰ ਸਰੰਗੀ ਤੇ ਸਰੰਦਾ ਵੇਖਣ ਨੂੰ ਤੇ ਸਾਰਿਆਂ ਨੂੰ ਲੱਗਣਾ ਵੀ ਤਾਰਾਂ ਹੀ ਪਈਆਂ ਤੇ ਗਾਜੀ ਚੱਲਦਾ ਉਹਦੇ ਤੇ, ਲੇਕਿਨ ਉਹ ਦੋ ਅਲੱਗ-ਅਲੱਗ ਸਾਜ਼ ਨੇ। ਇਸਰਾਜ ਵੱਖਰਾ ਸਾਜ਼ ਹੈ, ਦਿਲਰੂਬਾ ਵੱਖਰਾ ਸਾਜ਼ ਹੈ। ਵੇਖਣ ਨੂੰ ਹੋ ਸਕਦਾ ਬਹੁਤ ਸਾਰੀਆਂ ਉਹਨਾਂ ਦੀਆਂ ਸਿਮਿਲੈਰਿਟੀਜ਼ ਹੋਣ, ਇੱਦਾਂ ਹੀ ਜਿਹੜੀ ਰਬਾਬ ਹੈ ਉਹ ਜਿਹੜੀ ਨਾਨਕੀਨ ਰਬਾਬ ਹੈ ਸਤਿਗੁਰੂ ਨਾਨਕ ਜੀ ਦੀ, ਉਹ ਵੱਖਰੀ। ਇਸੇ ਤਰ੍ਹਾਂ ਜਿਹੜਾ ਸਰੰਦਾ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜਿਹੜਾ ਜੋੜੀ ਪਖਾਵਜ ਹੈ ਜਿਹਨੂੰ ਆਪਾਂ ਜੋੜੀ ਕਹਿੰਦੇ ਹਾਂ, ਉਹ ਗੁਰੂ ਅਰਜਨ ਸਾਹਿਬ ਦੇ ਵੇਲੇ ਮਿਰਦੰਗ ਨੂੰ ਵਿਚਕਾਰੋਂ ਵੱਢ ਕੇ ਤਬਲੇ ਦੀ ਥਾਂ ਤੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਪਹਿਲਾ ਸਾਜ਼ ਐਜ ਏ ਤਾਲ ਦੇ ਵਜੋਂ ਰੱਖਿਆ ਗਿਆ ਉਹ ਜੋੜੀ ਪਖਾਵਜ ਹੈ। ਪਖਾਵਜ ਵੀ ਕਹਿੰਦੇ, ਜੋੜੀ ਵੀ ਕਹਿੰਦੇ। ਉਹਨੂੰ ਮਿਰਦੰਗ ਜਿਹੜੀ ਹੁੰਦੀ ਆ ਉਹਨੂੰ ਸੈਂਟਰ ਚੋਂ ਕੱਟ ਕੇ ਇੱਕ ਨਵਾਂ ਸਾਜ਼ ਬਣਾਇਆ ਗਿਆ ਗੁਰੂ ਅਰਜਨ ਸਾਹਿਬ ਵੱਲੋਂ, ਜਿਹੜਾ ਜੋੜੀ ਕਹਿਲਾਇਆ। ਔਰ ਸੱਤੇ ਤੇ ਬਲਵੰਡ ਹੋਰੀ ਜਿਹੜੇ ਮਾਨਯੋਗ ਸੱਤਾ ਜੀ ਤੇ ਬਲਵੰਡ ਜੀ ਨੇ ਉਹ ਉਸ ਜੋੜੀ ਪਖਾਵਜ ਨਾਲ ਕੀਰਤਨ ਕਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਰੰਦੇ ਨਾਲ ਕੀਰਤਨ ਕਰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਊਸ ਬਣਾਇਆ, ਦਿਲਰੂਬਾ ਨੂੰ ਬਣਾਇਆ। ਇਹ ਸਾਡੇ ਗੁਰੂਆਂ ਦੇ ਦਿੱਤੇ ਹੋਏ ਸਾਜ਼ ਨੇ। ਤੇ ਜਦੋਂ ਮੈਂ ਬੋਲ ਰਿਹਾ ਤੁਹਾਡੇ ਸਨਮੁਖ ਤੇ ਤੁਹਾਡੇ ਬਹੁਤ ਸਾਰੇ ਸਰੋਤਿਆਂ ਨੇ ਇਹ ਨਾਮ ਹੀ ਪਹਿਲੀ ਵਾਰੀ ਸੁਣੇ ਹੋਣਗੇ। ਜੀ ਜੀ। ਇਹੀ ਇੱਕ ਵੱਡਾ ਸਵਾਲ ਹੈ ਕਿ ਅੱਜ ਜੇ ਪਿਛਲੇ ਪੌਣੇ 200 ਸਾਲ ਤੋਂ ਸਾਡੇ ਗੁਰਮਤਿ ਦੇ ਸਾਜ਼ਾਂ ਦੀ ਥਾਂ ਤੰਤੀ ਸਾਜ਼ਾਂ ਨੇ ਲੈ ਲਈ। ਇੱਕ ਗੱਲ ਕਹਾਂ, ਤੰਤੀ ਸਾਜ਼ ਦਾ ਮਤਲਬ ਹੈ ਤੰਦੀ ਵਾਲੇ ਸਾਜ਼। ਤੂੰਬੀ ਵੀ ਤੰਤੀ ਸਾਜ਼,
ਜਿਹੜੇ ਤੰਦ ਜੀ ਦੇ ਉੱਤੇ ਭਾਵੇਂ ਟੁਣਕਾਰ ਦੇ ਰਾਹੀਂ ਵੱਜਣ, ਭਾਵੇਂ ਗੱਜ ਦੇ ਰਾਹੀਂ ਵੱਜਣ, ਉਹਨੂੰ ਤੰਤੀ ਸਾਜ਼ ਕਹਿੰਦੇ ਨੇ। ਜੀ ਤੁੰਬੀ ਵੀ ਤੰਤੀ ਸਾਜ਼ ਹੈ। ਗੱਲ ਤੰਤੀ ਸਾਜ਼ਾਂ ਦੀ ਨਹੀਂ ਹੈ ਅਮਰਜੋਤ ਜੀ, ਮੈਂ ਕਰੈਕਟ ਕਰਨਾ ਚਾਹੁੰਦਾ ਆਪ ਜੀਆਂ ਨੂੰ ਵੀ, ਸਾਰੀ ਸੰਗਤ ਨੂੰ ਵੀ। ਹਾਂਜੀ ਬਾਤ ਤੰਤੀ ਸਾਜ਼ਾਂ ਦੀ ਨਹੀਂ ਹੈ, ਬਾਤ ਗੁਰੂ ਕੇ ਸਾਜ਼ਾਂ ਦੀ ਤੇ ਵਰਸਿਸ ਵਾਜੇ ਦੀ। ਤੇ ਗੁਰੂ ਦੇ ਜੀ ਜਿਹੜੇ ਸਾਜ਼ ਸੀਗੇ ਉਹ ਕਿੱਥੇ ਗਏ? ਜਿਹੜੇ ਗੁਰੂ ਨੇ ਘੜ ਕੇ ਹੱਥੀਂ ਤਿਆਰ ਕਰਕੇ ਕੌਮ ਨੂੰ ਦਿੱਤੇ ਸੀ, ਨਵੇਂ ਰਾਗ ਦਿੱਤੇ ਸੀ। ਜਿਵੇਂ ਮੈਂ ਹਾਂਜੀ ਜ਼ਿਕਰ ਕਰਦਾ ਹਮੇਸ਼ਾ, ਆਸਾ ਰਾਗ ਜਿਹੜਾ ਉਹ ਆਪਣਾ ਜਿਹੜਾ ਇੰਡੀਅਨ ਕਲਾਸੀਕਲ ਹੈ, ਜਿਹੜਾ ਭਾਰਤੀ ਸ਼ਾਸਤਰੀ ਸੰਗੀਤ ਹੈ, ਉਹਦਾ ਰਾਗ ਨਹੀਂ ਹੈ। ਇਹਦਾ ਮਤਲਬ ਗੁਰੂ ਸਾਹਿਬ ਨੇ ਬਹੁਤ ਸਾਰੇ ਰਾਗ ਜਿਹੜੇ ਬਰੀਕ, ਕਿਉਂਕਿ ਮੇਰਾ ਫੀਲਡ ਜਿਹੜਾ ਉਹ ਹਿਸਟਰੀ ਹੈ, ਜਾਂ ਮੇਰਾ ਫੀਲਡ ਮੇਰੇ ਕੌਮੀ ਮਸਲੇ ਨੇ। ਮੈਂ ਗੁਰਮਤ ਸੰਗੀਤ ਦਾ ਮਾਸਟਰ ਤੇ ਨਹੀਂ ਹੈ, ਬਟ ਮੈਂ ਜੀ ਜਿੰਨੀ ਕਿ ਸੋਝੀ ਸਤਿਗੁਰੂ ਨੇ ਬਖਸ਼ੀ ਉਹਦੇ ਆਧਾਰ ਤੇ ਆਪ ਜੀਆਂ ਨੂੰ ਕਹਿ ਰਿਹਾ। ਕਿਉਂਕਿ ਜਦੋਂ ਤੁਸੀਂ ਕਿਸੇ ਗੁਰਮਤ ਸੰਗੀਤ ਦੇ ਐਕਸਪਰਟ ਤੋਂ ਰਾਏ ਲਓਗੇ, ਤੁਹਾਨੂੰ ਹੋਰ ਬਿਹਤਰ ਮਿਲੇਗੀ ਕਿ ਸਾਡੇ ਸਾਜ਼ ਵੱਖਰੇ, ਸਾਡੇ ਰਾਗ ਵੱਖਰੇ, ਸਾਡੀ ਵੱਖਰੀ ਹੈ ਸਾਰੀ ਦੀ ਸਾਰੀ ਉਹਨਾਂ ਨਾਲੋਂ ਬਾਤ। ਤੇ ਅਸੀਂ ਫਿਰ ਕਿਉਂ, ਕੀ ਕਾਰਨ ਬਣ ਗਿਆ ਕਿ ਸਾਡਾ ਕੇਂਦਰੀ ਸਥਾਨ ਕੀ ਸ੍ਰੀ ਦਰਬਾਰ ਸਾਹਿਬ ਤੋਂ ਉੱਤੇ ਸਿੱਖਾਂ ਦੇ ਕੋਲ ਕੁਝ ਹੋਰ ਹੈਗਾ? ਬਿਲਕੁਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਜਦੋਂ ਚੱਲ ਰਹੀ ਸੀ, ਪਵਿੱਤਰ ਦਰਬਾਰ ਸਾਹਿਬ ਪਹਿਲਾਂ ਬਣਾਇਆ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰਨਾ ਸੀ। ਜੀ ਤੇ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ 'ਚ ਸੁਸ਼ੋਭਿਤ ਕਰਤਾ, ਉਸ ਦਿਨ ਤੋਂ ਬਾਅਦ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਭੁੰਜੇ ਸੌਂਦੇ ਸੀ ਤੇ ਸਤਿਗੁਰੂ ਜੀ ਨੂੰ ਪਲੰਘੇ ਤੇ ਪ੍ਰਕਾਸ਼ ਕੀਤਾ ਜੀ ਜਾਂਦਾ। ਬਿਲਕੁਲ ਬਿਲਕੁਲ ਹਾਂਜੀ ਉਸ ਗੁਰੂ ਦੇ ਦਰਬਾਰ ਦੇ ਵਿੱਚ, ਉਸ ਗੁਰੂ ਦੀ ਹਜ਼ੂਰੀ ਦੇ ਵਿੱਚ, ਜਿਹਦਾ ਸਤਿਕਾਰ ਇਸ ਲੈਵਲ ਦਾ ਕਿ ਗੁਰੂ ਅਰਜਨ ਸਾਹਿਬ ਆਪ ਭੁੰਜੇ ਸੌਂਦੇ ਸੀ, ਉਹਦੇ ਦਰਬਾਰ ਦੇ ਵਿੱਚ ਜਿਹੜੇ ਸਾਜ਼ ਵੱਜਣੇ ਆ ਉਹ ਗੁਰੂ ਮੁਤਾਬਕ ਵੱਜਣਗੇ। ਤੇ ਜਿਹੜੇ ਜਰਮਨੀ ਜਾਂ ਗੋਰਿਆਂ ਨੇ ਸਾਡੇ ਹੱਥ ਤੇ ਧਰ ਕੇ ਜਾਂ ਤਬਲੇ ਜਿਹੜੇ ਸੀਗੇ ਉਹ ਵੱਜਣਗੇ। ਬਿਲਕੁਲ ਗੁਰੂ ਇਹੀ ਸਾਹਿਬ ਮਸਲਾ ਸਿਰਫ, ਇਹਨੂੰ ਆਪਾਂ ਕੋਈ ਕੰਟਰਾਡਿਕਟਰੀ ਨਹੀਂ ਹੈਗੀ ਕੋਈ ਚੀਜ਼, ਕੋਈ ਵਾਜੇ ਨਾਲ ਵਿਰੋਧ ਨਹੀਂ ਹੈਗਾ, ਕੋਈ ਰਾਗੀ ਸਿੰਘਾਂ ਨਾਲ ਵਿਰੋਧ ਨਹੀਂ ਹੈਗਾ, ਕੋਈ ਜਿਹੜੇ ਸਾਡੇ ਪੁਰਾਤਨ 100 ਸਾਲਾਂ ਤੋਂ ਜਿਹੜੇ ਸਾਨੂੰ ਕੀਰਤਨ ਗਾਇਨ ਕਰਕੇ ਸੁਣਾ ਰਿਹਾ ਉਹਨਾਂ ਨਾਲ ਕੋਈ ਵਿਰੋਧ ਨਹੀਂ ਹੈ। ਮਸਲਾ ਸਿਰਫ ਇੰਨਾ ਹੈ ਕਿ ਸ੍ਰੀ ਦਰਬਾਰ ਸਾਹਿਬ ਜਿਹੜਾ ਸਾਡਾ ਕੇਂਦਰੀ ਸਥਾਨ ਹੈ, ਜਿਹੜਾ ਸਾਡਾ ਦਿਲ ਹੈ, ਜਿੱਥੋਂ ਸਾਰੀ ਗੱਲ ਤੁਰਦੀ ਹੈ। ਆਪਣਾ ਇੱਕ ਪੰਜਾਬੀ ਦਾ ਮੁਹਾਵਰਾ ਹੈ, ਉਹ ਕਹਿੰਦੇ ਜੀ ਮੱਕਿਓਂ ਅੱਗੇ ਉਜਾੜ, ਭਾਵ ਕਿ ਇੱਕ ਮੁਸਲਮਾਨ ਦੇ ਲਈ ਮੱਕੇ ਤੋਂ ਅੱਗੇ ਉਜਾੜ ਹੀ ਹੈ, ਉਹਦੇ ਲਈ ਆਖਰੀ ਮਰਕਜ਼ ਸਿਰਫ ਮੱਕਾ ਹੈ। ਤੇ ਸਾਡੇ ਲਈ ਜਿਹੜਾ ਆਖਰੀ ਮਰਕਜ਼ ਹੈ ਉਹ ਸ੍ਰੀ ਦਰਬਾਰ ਸਾਹਿਬ ਹੈ। ਜਦੋਂ ਆਉਣ ਵਾਲੀਆਂ ਨਸਲਾਂ ਹਿਸਟਰੀ ਨੂੰ ਪੜ੍ਹਨਗੀਆਂ, ਸਾਡੇ ਸਾਜ਼ਾਂ ਦੀ ਜਾਣਕਾਰੀ ਲੈਣਗੀਆਂ, ਜਾਂ ਜਿਹੜੇ ਬੰਦਿਆਂ ਨੇ, ਪ੍ਰੋਫੈਸਰ ਸੁਰਿੰਦਰ ਸਿੰਘ ਜੀ ਨੇ ਜਾਂ ਭਾਈ ਬਲਦੀਪ ਸਿੰਘ ਜੀ ਨੇ, ਜਿਹੜੇ ਜਿਹੜੇ ਦਿੱਗਜ, ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ ਗੁਰਮਤ ਸੰਗੀਤ ਨੂੰ ਦੇ ਕੇ ਗੁਰਮਤ ਸੰਗੀਤ ਦਾ ਪ੍ਰਚਾਰ ਕੀਤਾ, ਬਾਬਾ ਸੁੱਚਾ ਸਿੰਘ ਜੀ ਜਵੱਦੀ ਕਲਾਂ, ਉਹਨਾਂ ਹਾਂਜੀ ਨੇ ਆਪਣੀ ਜ਼ਿੰਦਗੀ ਗੁਰਮਤ ਸੰਗੀਤ ਤੇ ਲਾਈ ਹੈ। ਜਦੋਂ ਉਹਨਾਂ ਦੀ ਘਾਲਣਾ ਨੂੰ ਆਉਣ ਵਾਲੀ ਜਨਰੇਸ਼ਨ ਪੜ੍ਹੇਗੀ, ਸਮਝੇਗੀ, ਉਹ ਸਵਾਲ ਨਹੀਂ ਕਰੇਗੀ ਕਿ ਭਾਈ ਸਾਨੂੰ ਸਮਝਾਓ ਦਰਬਾਰ ਸਾਹਿਬ ਦੇ ਵਿੱਚ ਗੁਰਮਤ ਦੇ ਸਾਜ਼ ਕਿਉਂ ਨਹੀਂ ਵੱਜਦੇ। ਬਿਲਕੁਲ ਤੁਸੀਂ ਹਾਂਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ, ਤੁਹਾਡੀ ਜਿੰਨੀ ਵੀ ਉਮਰ ਹੋ ਚੁੱਕੀ ਹੈ, ਤੁਸੀਂ ਗੁਰਸਿੱਖ ਹੋ ਔਰ ਕੀਰਤਨ ਨਾਲ ਜੁੜੇ ਹੋਏ ਹੋ ਔਰ ਗੁਰਮਤ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਤੁਸੀਂ ਮੈਨੂੰ ਦੱਸੋ, ਤੁਸੀਂ ਆਪਣੀ ਉਮਰ ਵਿੱਚ ਜਾਂ ਪਿਛਲੇ 100 ਸਾਲਾਂ ਦੇ ਇਤਿਹਾਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੰਪਲੀਟ ਗੁਰੂ ਕੇ ਸਾਜ਼ਾਂ ਦਾ ਕੋਈ ਜਥਾ ਕੀਰਤਨ ਕਰਦਾ ਵੇਖਿਆ? ਨਹੀਂ, ਬਹੁਤ ਘੱਟ ਆ ਜੀ। ਜਾਂ ਕੋਈ YouTube ਤੇ ਅਵੇਲੇਬਿਲਿਟੀ ਹੈਗੀ ਹੈ? ਇਹੀ ਕੁਐਸਚਨ ਹੈ, ਵਿਰੋਧ ਨਹੀਂ ਹੈ ਜੀ, ਇਹ ਰਿਵਾਈਵਲ ਹੈ, ਇਹ ਕੰਜ਼ਰਵੇਟ ਹੋ ਰਿਹਾ ਹੈ। ਆਪਾਂ ਇਹਨੂੰ ਇੰਜ ਨਾ ਲਈਏ ਵੀ ਸ਼ਾਇਦ ਕਿਸੇ ਦੇ ਵਿਰੋਧ 'ਚ ਆ ਗਈ, ਹੁਣ ਰਾਗੀ ਕੀ ਕਰਨਗੇ। ਸਿੰਘ ਸਾਹਿਬ ਜੀ ਨੇ, ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਇਹ ਕਿਹਾ ਕਿ ਆਪਾਂ ਕਮ ਸੇ ਕਮ ਹਰਿਮੰਦਰ ਸਾਹਿਬ ਦੇ ਵਿੱਚ ਜੋ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਾਤ ਹੈ ਉਹਦਾ ਜਿਹੜਾ ਰੂਪਮਾਨ ਕਰਨਾ ਹੈ। ਜਿਵੇਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਪ੍ਰਕਾਸ਼ ਹੈ, ਉਹ ਵੀ ਗੁਰੂ ਦੀ ਬਾਣੀ ਹੈ। ਤੇ ਜਿਹੜੇ ਗੁਰੂ ਦੇ ਸਾਜ਼ ਨੇ, ਘੱਟੋ ਘੱਟ ਸ੍ਰੀ ਦਰਬਾਰ ਸਾਹਿਬ ਵਿੱਚ ਤਾਂ ਕੇਵਲ ਗੁਰੂ ਦੇ ਸਾਜ਼ਾਂ ਦਾ ਕੀਰਤਨ ਹੋਵੇ। ਬਾਕੀ ਤਾਂ ਚਲੋ ਕਿਸੇ ਦੇ ਕੋਈ ਚਲਾਨ, ਕੋਈ ਥਾਣਾ ਥੋੜੀ ਨਾ ਕਿ ਬਾਕੀਆਂ ਦਾ ਚਲਾਨ ਕੱਟ ਦਾਂਗੇ ਵੀ ਜੇ ਕਿਸੇ ਨੇ ਹਾਂਜੀ ਮਤਲਬ ਹਾਂਜੀ ਕਿ ਦਰਵਾਜ਼ੇ ਤੇ ਕੀਰਤਨ ਕੀਤਾ। ਕਿਉਂਕਿ ਵੀਰੇ ਇੱਕ ਗੱਲ ਮੈਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਸਾਡਾ ਪੂਰਾ ਹੈ, ਉਹ ਕੋਈ ਅਣਹੋਣੀ ਬਾਤ, ਫਾਲਤੂ ਦੀ ਚੀਜ਼ ਨਹੀਂ ਕਰਦਾ। ਜੇ ਹਾਂਜੀ ਸਾਡੇ ਗੁਰੂ ਨੇ ਸਿੱਖ ਨੂੰ ਤੰਤੀ ਸਾਜ਼ ਦਿੱਤੇ ਨੇ, ਧੰਨ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਕੁਰਬਾਨ ਕਰਕੇ ਆਪਣਾ ਸਾਰਾ ਪਰਿਵਾਰ ਵਾਰ ਕੇ ਕੌਮ ਨੂੰ, ਆਪਣੇ ਪੁੱਤਾਂ ਨੂੰ, ਜੋ ਉਹਦੇ ਪੁੱਤ, ਤੁਸੀਂ ਮੈਨੂੰ ਦੱਸੋ ਜੇ ਸਾਰੇ ਬੱਚਿਆਂ ਨੇ ਉਹ ਵੀਡੀਓ ਵੇਖੀ ਹੋਵੇ, ਆਪਣੀ ਜਿਹੜੀ ਫਿਲਮ ਆਈ ਸੀ 4 ਸਾਹਿਬਜ਼ਾਦੇ, ਉਹਦੇ 'ਚ ਹਾਂਜੀ ਸਾਹਿਬਜ਼ਾਦੇ ਕਿਹੜੇ ਸਾਜ਼ਾਂ ਦਾ ਕੀਰਤਨ ਕਰ ਰਹੇ ਸੀ? ਬਿਲਕੁਲ ਤੰਤੀ ਸਾਜ਼ ਸੀ ਬਿਲਕੁਲ ਜੀ। ਤੇ ਅੱਜ ਕਿਉਂ ਨਹੀਂ ਉਹਨਾਂ ਸਾਜ਼ਾਂ ਦੀ ਗੱਲ ਹੋ ਰਹੀ? ਉਹਨਾਂ ਬੱਚਿਆਂ ਨੇ ਮੰਮੀ ਪਾਪਾ ਨੂੰ ਜਦੋਂ ਪੁੱਛਿਆ ਹੋਊਗਾ ਘਰ ਜਾ ਕੇ ਵੀ ਮੰਮੀ ਪਾਪਾ
ਜਿਹੜੇ ਸਾਜ਼ਾਂ ਨਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਕੀਰਤਨ ਕਰ ਰਹੇ ਸੀ, ਅਸੀਂ ਤੇ ਉਹ ਸਾਜ਼ ਹੀ ਨਹੀਂ ਦੇਖੇ ਕਿਤੇ। ਬਿਲਕੁਲ ਹਾਂਜੀ ਮਸਲਾ ਵੀਰੇ ਇਸ ਗੱਲ ਦਾ ਹੈ ਕਿ ਇਹ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਸੌੜੀ ਸੋਚ ਤੋਂ ਇਹਦਾ ਸਵਾਗਤ ਕਰਨਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਸਤਿਗੁਰੂ ਦੀ ਬਖਸ਼ਿਸ਼ ਹੈ, ਕਿਉਂਕਿ ਅੱਜ ਸਾਡੇ ਕੋਲ ਸਮਾਂ ਘੱਟ ਹੈ, ਅਸੀਂ ਇਸ ਲੰਮੇਰੇ ਵਿਸਥਾਰ 'ਚ ਨਹੀਂ ਜਾਣਾ। ਮੈਂ ਇੱਕ ਬੇਨਤੀ ਕਰਦਿਆਂ ਸੰਗਤ ਨੂੰ, ਧੰਨ ਗੁਰੂ ਨਾਨਕ ਸਾਹਿਬ ਨੇ ਰਬਾਬ ਜਾਂ ਗੁਰੂ ਅਰਜਨ ਸਾਹਿਬ ਦਾ ਦਿੱਤਾ ਹੋਇਆ ਸਰੰਡਾ ਜਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਸਾਜ਼, ਜੇ ਬਾਣੀ ਵਿੱਚ ਲਿਖਿਆ ਨਾ, ਸੁਣਿਆ ਦੁੱਖ ਪਾਪ ਕਾ ਨਾਸ, ਤੇ ਇਹਦੀ ਇੰਪਲੀਮੈਂਟੇਸ਼ਨ ਉਹ ਸਾਜ਼ ਕਰਦੇ ਸੀ। ਇਹ ਸੱਚਮੁੱਚ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ, ਕੋਈ ਇਹਨੂੰ ਕੁਝ ਵੀ ਮੰਨੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਦੁਨੀਆ ਤੇ ਤੁਹਾਨੂੰ ਉਹਨਾਂ ਬੰਦਿਆਂ ਨਾਲ ਮਿਲਾ ਸਕਦਾ ਜਿਨ੍ਹਾਂ ਨੇ ਡਿਮੈਂਸ਼ੀਆ ਤੋਂ ਲੈ ਕੇ ਡਿਪਰੈਸ਼ਨ ਦੇ ਹਰ ਇੱਕ ਜਿਹੜਾ ਬਿਮਾਰੀ ਹੈ ਉਹਦਾ ਇਲਾਜ ਜਿਹੜਾ ਉਹ ਸਾਜ਼ਾਂ ਨੇ ਕੀਤਾ। ਕੀ ਤੁਸੀਂ ਨਹੀਂ ਪੜ੍ਹਿਆ? ਗੂਗਲ ਦੇ ਉੱਤੇ ਸਰਚ ਕਰਕੇ ਦੇਖੋ ਕਿ ਨੁਸਰਤ ਫਤਿਹ ਅਲੀ ਖਾਨ ਹੋਰਾਂ ਦੀਆਂ ਗਾਈਆਂ ਹੋਈਆਂ ਚੀਜ਼ਾਂ ਨੂੰ ਉਹ ਮੈਂਟਲ ਹੀਲ ਲਈ ਵਰਤ ਰਹੇ ਨੇ। ਕੀ ਤੁਸੀਂ ਨਹੀਂ ਸੁਣਿਆ ਕਿ ਜਿਹੜਾ ਸੰਗੀਤ ਹੁੰਦਾ ਇਹ ਮੈਂਟਲ ਹੀਲਿੰਗ ਦਾ ਕੰਮ ਕਰਦਾ? ਅੱਜ ਪੂਰੀ ਦੁਨੀਆ ਜਿਹੜੀ ਸਟ੍ਰੈਸ ਦੇ ਵਿੱਚ ਗਰਕ ਹੋ ਰਹੀ ਹੈ, ਅਸੀਂ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਕਮਰਸ਼ੀਅਲ ਕਰਕੇ, ਜਿਹੜੀ ਦੌੜ ਹੈ ਇੰਨੀ ਵੱਡੀ ਕਮਰਸ਼ੀਅਲ, ਉਹਦੇ ਵਿੱਚ ਅਗਲੀ ਜਿਹੜੀ ਸਭ ਤੋਂ ਵੱਡਾ ਚੈਲੰਜ ਇਸ ਦੁਨੀਆ ਨੇ ਫੇਸ ਕਰਨਾ ਉਹ ਹੈਗੀਆਂ ਮੈਂਟਲ ਪ੍ਰੋਬਲਮਸ। ਤੁਸੀਂ ਸਰੀਰਕ ਹਸਪਤਾਲ ਤਾਂ ਵੇਖ ਲਿਆ, ਤੁਹਾਡੇ ਕੋਲ ਮੈਂਟਲ ਹਸਪਤਾਲ ਹੈਗਾ ਜੀ ਕੋਈ ਜਿਹੜਾ ਸਟ੍ਰੈਸ ਦੇ ਉੱਤੇ ਦਵਾਈਆਂ ਦਿੰਦਾ? ਹੋਣਗੇ, ਦਿਖਾਵੇ ਨੂੰ ਬਹੁਤ ਸਾਰਾ ਹੈਗਾ, ਆਹ ਦਵਾਈਆਂ ਲੈ ਲਓ, ਆਹ ਲੈ ਲਓ। ਜਿਹੜੀ ਗੁਰੂ ਸਾਹਿਬ ਨੇ, ਬਾਬਾ ਨਾਨਕ ਜੀ ਨੇ ਜਦੋਂ ਕਿਹਾ ਸੀ ਨਾ ਪਾਂਧੇ ਨੂੰ ਕਿ ਨਾ ਭਾਈ, ਤੇਰੀ ਦਵਾਈ ਹੈ ਨਾ ਵੈਦ ਜੀ, ਜਿਹੜੀ ਤੇਰੀ ਦਵਾਈ, ਆਪਾਂ ਸਾਖੀ ਪੜ੍ਹਦੇ ਹਾਂ ਨਾ ਵੈਦ ਵਾਲੀ, ਤੇਰੀ ਦਵਾਈ ਸਰੀਰ ਵਾਸਤੇ ਹੈ, ਸੁਰਤ ਵਾਸਤੇ ਦੱਸ। ਤੇਰੀ ਜਿਹੜੀ ਕਰਕ ਕਲੇਜੇ ਮਾਹੇ ਆ, ਇਹਦੀ ਦਵਾਈ ਦੱਸ। ਅੱਜ ਵੀ ਸੰਸਾਰ ਉੱਥੇ ਹੀ ਖੜਾ, ਉਹਦੀ ਦਵਾਈ ਬਾਬੇ ਨੇ ਤਿਆਰ ਕੀਤੀ ਸੀ ਰਬਾਬ ਦੀ ਟੁਣਕਾਰ ਤੇ। ਅੱਜ ਇੱਕ ਉਹ ਮੈਂ ਆਰਟੀਕਲ ਦੇ ਵਿੱਚ ਜਿਵੇਂ ਤੁਹਾਨੂੰ ਕਿਹਾ ਵੀ ਸੰਗਤ ਜਦੋਂ ਵਿਰੋਧਾਭਾਸ ਕਈ ਵਾਰੀ ਗੱਲ ਕਰਦੀ, ਉਹ ਕਹਿੰਦੇ ਨੇ ਕਿ ਬਾਣੀ ਪ੍ਰਧਾਨ ਹੈ। ਭਾਈ ਬਿਲਕੁਲ ਬਾਣੀ ਪ੍ਰਧਾਨ ਹੈ, ਪਰ ਬਾਣੀ ਦੇ ਵਾਸਤੇ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਭਾਂਡਾ ਹੈ ਉਹ ਵੀ ਪ੍ਰਧਾਨ ਹੈ। ਉਹ ਵੀ ਤੇ ਗੁਰੂ ਨੇ ਦਿੱਤਾ ਨਾ, ਕਿਉਂਕਿ ਬਾਣੀ ਕਿੱਥੇ ਸਮਾਉਣੀ ਸੀ, ਉਹਦਾ ਭਾਂਡਾ ਵੀ ਸਾਡੇ ਗੁਰੂ ਨੇ ਤਿਆਰ ਕਰਕੇ ਦਿੱਤਾ। ਮੈਨੂੰ ਇਹ ਤੁਸੀਂ ਦੱਸੋ, ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਉੱਥੇ ਲਿਖਿਆ ਗੌੜੀ ਸੁਖਮਨੀ ਮਹੱਲਾ ਪੰਜਵਾਂ, ਇਹਦਾ ਮਤਲਬ, ਇਹਦਾ ਕੀ ਮਤਲਬ? ਮਹੱਲਾ ਪੰਜਵਾਂ ਦਾ ਮਤਲਬ ਹੈ ਬਾਣੀ ਗੁਰੂ ਅਰਜਨ ਸਾਹਿਬ ਦੀ ਹੈ। ਗੌੜੀ ਸੁਖਮਨੀ ਦਾ ਮਤਲਬ ਕੀ? ਰਾਗ ਦਾ ਨਾਮ ਹੈ ਜੀ ਗੌੜੀ ਜਿਹੜੀ ਹੈ ਉਹ। ਮੇਰੇ ਕੇਵਲ ਰਾਗ ਦਾ ਨਾਮ ਨਹੀਂ ਹੈ, ਇਹ ਗੁਰੂ ਦਾ ਹੁਕਮ ਹੈ ਕਿ ਇਹ ਬਾਣੀ ਇਸ ਰਾਗ 'ਚ ਲਿਖੀ ਗਈ ਹੈ, ਇਸੇ ਰਾਗ 'ਚ ਹੀ ਗਾਈ ਜਾਣੀ ਜੀ। ਕੀ ਮੈਂ ਉਹਨੂੰ ਬਦਲ ਸਕਦਾ? ਨਹੀਂ। ਆਪਾਂ ਗੱਲ ਸਾਖੀ ਪੜ੍ਹਦੇ ਹਾਂ ਨਾ, ਰਾਮ ਰਾਏ ਨੇ ਸਿਰਫ ਇੱਕ ਤੁਕ, ਇੱਕ ਅੱਖਰ ਬਦਲਿਆ, ਸਤਿਗੁਰੂ ਜੀ ਨੇ ਮੱਥੇ ਨਹੀਂ ਆਪਣਾ ਪੁੱਤ ਲੱਗਣ ਦਿੱਤਾ। ਹਾਂਜੀ। ਕੀ ਸਾਨੂੰ ਅਧਿਕਾਰ ਹੈਗਾ ਕਿ ਅਸੀਂ ਟੋਡੀ ਨੂੰ ਭੈਰੋ 'ਚ ਪੜ੍ਹੀਏ, ਭੈਰੋ ਨੂੰ ਗੌੜੀ 'ਚ ਪੜ੍ਹੀਏ, ਗੌੜੀ ਨੂੰ ਅਸੀਂ ਫਿਲਮੀ ਧੁਨ ਤੇ ਪੜ੍ਹੀਏ? ਤੁਸੀਂ ਦੇਖੋ ਦੁਹਾਈ ਰੱਬ ਦੀ ਕਿ ਜਿਹੜੇ ਫਿਲਮਾਂ ਦੇ ਵਿੱਚ ਜਿਹੜੇ ਲੱਚਰ ਗਾਣੇ, ਜਿਨ੍ਹਾਂ ਨੂੰ ਉਹ ਮੇਰੇ ਖਿਆਲ ਕੀ ਕਹਿੰਦੇ ਆ, ਮੈਨੂੰ ਤੇ ਮੈਂ ਜ਼ਿਆਦਾ ਉਹਦਾ ਮੇਰਾ ਰੁਝਾਨ ਨਹੀਂ ਹੈਗਾ, ਇਸ ਕਰਕੇ ਮੈਨੂੰ ਉਹਨਾਂ ਨਾਂ ਨਹੀਂ, ਜਿਹੜੇ ਡੀਜੇ ਤੇ ਲੱਗਣ ਵਾਲੇ ਸੌਂਗਸ ਹੁੰਦੇ ਨੇ, ਹਾਂਜੀ, ਉਹ ਡੀਜੇ ਤੇ ਲੱਗਣ ਵਾਲੇ ਸੌਂਗਸ ਦੇ ਉੱਤੇ ਵੀ ਰਾਗੀਆਂ ਨੇ ਸ਼ਬਦ ਘੜਨੇ ਸ਼ੁਰੂ ਕਰ ਦਿੱਤੇ। ਦੱਸੋ ਸਾਡੀ ਅਕਲ ਕਿੱਥੇ ਜਾਏਗੀ, ਅਸੀਂ ਕਿੱਥੇ ਜਾਵਾਂਗੇ? ਅੱਜ ਕਿਹਾ ਜਾ ਰਿਹਾ ਇਹ ਔਖੇ ਨੇ। ਮੈਨੂੰ ਦੱਸੋ, ਤੁਹਾਡਾ ਗੁਰੂ ਤੁਹਾਨੂੰ ਦੁਨੀਆ ਦੇ ਵਿੱਚ ਸੌਖਿਆਂ ਕਰਨ ਦੇ ਲਈ ਇਸ ਸੰਸਾਰ ਤੇ ਆਇਆ ਸੀ ਕਿ ਔਖਿਆਂ ਕਰਨ ਦੇ ਲਈ ਆਇਆ ਸੀ? ਉਹਨੇ ਜਿਹੜੀ ਗੱਲ ਇਹ ਸਾਰੀ ਆਪਾਂ ਕਰ ਰਹੇ ਹਾਂ, ਇਹ ਸਾਰੀ ਗੱਲ ਦੇ ਪਿੱਛੇ ਜੇ ਅਸੀਂ ਇਸ ਗੱਲ ਵੱਲ ਨਿਗਾਹ ਮਾਰੀਏ ਕਿ ਜਿਹੜੇ ਰਾਗੀ ਆਲਰੇਡੀ ਜਿਹੜੇ ਹਾਰਮੋਨੀਅਮ ਤੇ ਕੀਰਤਨ ਕਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ, ਜਿਹੜਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੈ, ਉਹਨਾਂ ਵੱਲੋਂ ਜਿਹੜਾ ਇਹ ਵਿਰੋਧ ਕੀਤਾ ਗਿਆ, ਫਿਰ ਆਪਾਂ ਉਹਨਾਂ ਦਾ ਕੀ ਕਰਾਂਗੇ ਕਿ ਉਹ ਹਾਰਮੋਨੀਅਮ ਜਿਹੜਾ ਹੈ ਉਹ? ਮੇਰੀ ਬੇਨਤੀ ਹੈ ਜੀ, ਦੇਖੋ ਮੈਂ ਹੱਥ ਜੋੜ ਕੇ ਤੁਹਾਡੇ ਰਾਹੀਂ ਇਹ ਅਰਜ਼ ਕਰਨੀ ਚਾਹੁੰਦਾ ਉਹਨਾਂ ਸਾਰਿਆਂ ਨੂੰ। ਮੈਂ ਪਹਿਲਾਂ ਹੀ ਬੇਨਤੀ ਕੀਤੀ, ਕਿਸੇ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਵਾਜੇ ਨਾਲ ਕੋਈ ਵਿਰੋਧ ਨਹੀਂ। ਦੇਖੋ ਅਮਰਜੋਤ ਸਿੰਘ ਜੀ, ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕੱਟ ਕਹਿਦਾ, ਜਿਸ ਦਿਨ ਧਨਾਸਰੀ 'ਚ ਗਾਈ ਹੋਈ ਆਰਤੀ ਨੂੰ 15 ਦਿਨ ਸੁਣ ਕੇ ਡਿਮੈਂਸ਼ੀਆ ਠੀਕ ਹੋ ਗਿਆ ਨਾ, ਤੁਸੀਂ ਵਾਜੇ ਤੇ ਕੀਰਤਨ ਸੁਣੋਗੇ? ਸਤਿਗੁਰੂ ਨਾਨਕ ਜੀ ਨੇ ਆਰਤੀ ਧਨਾਸਰੀ 'ਚ ਗਾਈ ਹੈ ਨਾ? ਬਿਲਕੁਲ, ਹਾਂਜੀ। ਤੇ ਜਿਸ ਅੱਜ ਵੀ ਮੇਰਾ ਦਾਵਾ ਹੈ, ਆਖਿਓ ਨਾ ਮੈਂ ਕੋਈ ਚਮਤਕਾਰੀ ਬਾਬਾ ਨਹੀਂ ਹੈ, ਪਰ ਮੇਰੇ ਹੱਥੀਂ ਅਜਮਾਈਆਂ ਹੋਈਆਂ ਚੀਜ਼ਾਂ ਨੇ। ਜਿੱਦਣ ਸੰਗਤ ਟੁੰਡੇ ਇਸ ਰਾਜੇ ਦੀ ਧੁਨ ਵਿੱਚ, ਜੋ ਗੁਰੂ ਦਾ ਹੁਕਮ ਸੀ, ਤੁਸੀਂ ਮੈਨੂੰ ਦੱਸੋ ਕੀ ਉਹ ਟਾਈਟਲ ਨੇ ਸਿਰਫ? ਜੇ ਸਤਿਗੁਰੂ ਜੀ ਨੇ ਲਿਖਿਆ ਜੀ ਆਸਾ ਮਹੱਲਾ ਪਹਿਲਾ,
ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਇਹ ਦੱਸੋ ਜੀ, ਟੁੰਡੇ ਅਸਰਾਜੇ ਕੀ ਧੁਨ ਦਾ ਕੀ ਮਤਲਬ ਹੈ ਇੱਥੇ ਲਿਖਣ ਦਾ? ਵੀਰੇ ਉਹਦਾ ਮਤਲਬ ਕੀ ਹੈ ਵੀ ਇਹ ਜਿਹੜੀ ਬਾਣੀ ਜਦੋਂ ਤੁਸੀਂ ਪੜ੍ਹਨ ਜਾ ਰਹੇ ਹੋ, ਤੁਸੀਂ ਕੁਛ ਨਹੀਂ ਕਰਨਾ, ਇਹ ਪੂਰੇ ਗੁਰੂ ਦੀ ਬਾਣੀ ਹੈ, ਸਾਡੇ ਵੱਸ ਕੁਛ ਨਹੀਂ ਹੈਗਾ, ਮੈਂ ਕੋਈ ਬਦਲਾਅ ਨਹੀਂ ਕਰ ਸਕਦਾ, ਸਿੰਘ ਸਾਹਿਬ ਕੋਈ ਬਦਲਾਅ ਨਹੀਂ ਕਰ ਸਕਦੇ, ਪੂਰਾ ਪੰਥ ਇਕੱਠਾ ਹੋ ਕੇ ਬਾਣੀ 'ਚ ਕੋਈ ਬਦਲਾਅ ਨਹੀਂ ਕਰ ਸਕਦਾ। ਹੁਣੇ ਤੁਸੀਂ ਦੇਖਿਆ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ, ਧਰਮਿੰਦਰ ਸਿੰਘ ਨੂੰ ਤਨਖਾਹੀਆ ਕਿਉਂ ਕਰਾਰ ਦਿੱਤਾ ਗਿਆ? ਕਿਉਂਕਿ ਉਹਨੇ ਬਾਣੀ ਦੇ ਵਿੱਚ ਲਗਾ ਮਾਤਰਾ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਦੁਨੀਆ ਦੀ ਤਾਕਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਿਸਟਮ ਨੂੰ ਬਦਲਾ ਨਹੀਂ ਸਕਦੀ। ਮਸਲਾ ਸਿਰਫ ਇਸ ਗੱਲ ਦਾ ਵੀਰ ਜੀ ਕਿ ਅਸੀਂ ਆਪਣੇ ਸਾਜ਼ਾਂ ਵੱਲ, ਆਪਣੇ ਰਾਗਾਂ ਵੱਲ ਤੁਰਨਾ। ਔਰ ਮੇਰਾ ਇੱਕ ਦਾਅਵਾ ਵਾ ਕਿ ਜੇ ਗੁਰੂ ਨੇ ਧਨਾਸਰੀ ਦੇ ਵਿੱਚ ਆਰਤੀ ਲਿਖੀ ਹੈ, ਉਹ ਡਿਮੈਂਸ਼ੀਆ ਦੂਰ ਕਰਦੀ ਹੈ। ਜੇ ਗੁਰੂ ਨੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ, ਤੁਸੀਂ ਸਵੇਰੇ ਸ੍ਰੀ ਦਰਬਾਰ ਸਾਹਿਬ ਤੋਂ ਇੱਕ ਧੁਨ ਸੁਣਦੇ ਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਇਹ ਆਸਾ ਚ ਹੈ, ਇਹ ਔਖੀ ਹੈ? ਨਹੀਂ, ਇਹ ਆਸਾ ਚ ਹੈ, ਸਾਰੀ ਸੰਗਤ ਨੂੰ ਗਾਉਣੀ ਆਉਂਦੀ ਹੈ ਜੀ। ਹਾਂ, ਇੱਕ ਗੱਲ ਮੈਂ ਦੱਸ ਦਿਆਂ, ਕਲੀਅਰ ਕਰ ਦਿਆਂ, ਪ੍ਰੋਫੈਸਰ ਕਰਤਾਰ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ ਨੇ। ਜਦੋਂ ਮੈਂ ਫਤਿਹ ਟੀਵੀ ਰਹਿੰਦਾ ਹੋਇਆ, ਅਸੀਂ ਰਾਗ ਰਤਨ, ਆਪ ਜੀ ਨੂੰ ਪਤਾ ਹੈ, ਅਸੀਂ ਰਾਗ ਰਤਨ ਦਾ ਇੱਕ ਮੁਕਾਬਲਾ ਕਰਵਾਉਂਦੇ ਹੁੰਦੇ ਸੀ ਤੇ ਉਹ ਜੱਜ ਹੁੰਦੇ ਸੀ, ਦੋਵੇਂ ਵਾਰੀ ਉਹ ਜੱਜ ਸੀ। ਉਹਨਾਂ ਨੇ ਸਟ੍ਰਿਕਟਲੀ ਇਹ ਗੱਲ ਸਾਨੂੰ ਦੱਸੀ ਸੀ ਕਿ ਭਾਈ ਗੁਰਮਤ ਸੰਗੀਤ ਦੇ ਵਿੱਚ ਉਹ ਜਿਹੜਾ ਸਾਰੇ ਗਾਮਾ ਪਾਧਾ ਨਿਸ਼ਤ ਜੋ ਵੀ, ਉਹ ਮੈਨੂੰ ਇੰਨਾ ਪਤਾ ਨਹੀਂ ਹੈ, ਜਿਹੜੀਆਂ ਆਕਾਰ ਦੀਆਂ ਤਾਨਾਂ ਹੁੰਦੀਆਂ ਨੇ ਉਹ ਗਾਉਣ ਦੀ ਮਰਿਆਦਾ ਨਹੀਂ ਹੈਗੀ। ਮਤਲਬ ਜੋ ਜਿਸ ਟਾਈਮ ਕੀਰਤਨ ਚੱਲ ਰਿਹਾ, ਅਸੀਂ ਸਟੇਜ ਤੇ ਬੈਠ ਕੇ ਆਪਾਂ ਸ਼ਬਦ ਗਾਇਨ ਕਰ ਰਹੇ ਹਾਂ, ਉਸ ਟਾਈਮ ਅਸੀਂ ਵਿਚਾਲੇ ਉਹ ਤਾਨਾਂ ਨਹੀਂ ਗਾਣੀਆਂ। ਹਾਂਜੀ, ਕਿਉਂਕਿ ਗੁਰਬਾਣੀ ਦੇ ਵਿੱਚ ਤੁਸੀਂ ਕੋਈ ਹੋਰ ਆਲਾਪ ਨਹੀਂ ਲੈ ਸਕਦੇ, ਭਾਵੇਂ ਬਾਣੀ ਦੇ ਵਿੱਚ ਦਾ ਹੀ ਕਿਉਂ ਨਾ ਹੋ। ਉਹ ਜਿਹੜਾ ਬੋਲਦੇ ਨੇ ਉਹ ਵੀਰੇ ਕੀ ਸੀ ਵੀ ਔਖਿਆਂ ਕਿਹਨੇ ਕੀਤਾ? ਮੈਂ ਉਹੀ ਦੱਸਣ ਲੱਗਾ ਵੀ ਔਖਿਆਂ ਕਿਹਨੇ ਕੀਤਾ। ਇਹ ਕੀਰਤਨਕਾਰ ਬਣਨਾ ਸੀ, ਰਾਗੀ ਨਹੀਂ ਸੀ ਬਣਨਾ। ਹਜੂਰੀ ਰਾਗੀ ਨਹੀਂ ਹੈ, ਕੀਰਤਨਕਾਰ ਹੈ, ਰਬਾਬੀ ਹੈ। ਸਾਡੀ ਪਰੰਪਰਾ ਰਬਾਬੀਆਂ ਦੀ ਹੈ। 1499 ਤੋਂ ਲੈ ਕੇ 1852 ਤੱਕ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਵਿਧਾਨ ਹੈ ਉਹ ਰਬਾਬੀ ਪਰੰਪਰਾ ਹੈ, ਰਾਗੀ ਪਰੰਪਰਾ ਨਹੀਂ ਹੈ। ਰਾਗੀ ਬੇਦੀ, ਉਹ ਤੁਸੀਂ ਜਿਹੜੀ ਪੜ੍ਹਦੇ ਆਪਾਂ ਗੁਰਬਾਣੀ ਦੀ ਪੰਕਤੀ ਵਿੱਚ, ਉੱਥੇ ਸਤਿਗੁਰੂ ਨੇ ਕਿਹਾ ਰਾਗੀਆਂ ਦੀ ਕੋਈ ਲੋੜ ਨਹੀਂ ਹੈ। ਬਿਲਕੁਲ। ਇਹ ਰਾਗੀ ਕੌਣ ਸੀ? ਜਿਹੜੇ ਉਹ ਤਾਤਾ ਥਾਤਾ ਵਾਲੇ ਸੀ, ਜਿਨ੍ਹਾਂ ਨੇ ਇੰਨਾ ਔਖਿਆਂ ਕਰਕੇ ਬਾਣੀ ਦੇ ਕੀਰਤਨ ਨੂੰ ਇੰਨਾ ਅਸ਼ਾਂਤ ਕਰ ਦਿੱਤਾ ਕਿ ਸੰਗਤ ਨੂੰ ਲੱਗਾ ਅਸੀਂ ਤਾਂ ਇਹ ਤਾਨਾ ਲਾ ਹੀ ਨਹੀਂ ਸਕਦੇ। ਇਹ ਤਾਂ ਜਿਹੜੀ ਤੁਸੀਂ ਪੰਕਤੀ ਜਿਹਦੀ ਜ਼ਿਕਰ ਕਰ ਰਹੇ ਹੋ ਉਹੀ ਹੈ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜ, ਵੀ ਉਹਦੇ ਨਾਲ ਨਹੀਂ ਭੇਜਦਾ। ਇਹ ਰਾਗੀਆਂ ਦਾ ਮਸਲਾ ਹੀ ਨਹੀਂ ਹੈਗਾ। ਹਜੂਰੀ ਰਾਗ, ਗੁਰੂ ਦਾ ਹਜੂਰੀ ਰਾਗੀ ਨਹੀਂ ਹੁੰਦਾ, ਗੁਰੂ ਦੇ ਹਜੂਰੀ ਰਬਾਬੀ ਸੀਗੇ। ਇਹ ਕਿੰਨੇ ਰਾਗੀ ਸ਼ਬਦ ਲਿਖਤਾ? ਹੁਣ ਜੇ ਤੁਸੀਂ 100 ਸਾਲ ਤੋਂ ਗੋਰਿਆਂ ਦੇ ਕਹਿਣ ਤੇ ਦੁਸ਼ਮਣ ਦੀ ਚਾਲ ਹੇਠ ਉੱਥੋਂ ਰਬਾਬਾਂ, ਸਰੰਦੇ, ਤਾਊਸ, ਦਿਲਰਬਾ ਚੱਕ ਕੇ ਜਿਹੜੇ ਸਾਡੇ ਭਾਈ ਮਰਦਾਨੇ ਦੇ ਵੰਸ਼ਜ ਪਿਛਲੇ ਕਈ ਸਾਲਾਂ ਤੋਂ ਉੱਥੇ ਬੈਠ ਕੇ, ਇੱਕ ਗੱਲ ਮੈਂ ਹੋਰ ਕਹਿ ਦਿਆਂ, ਆਰਟੀਕਲ ਦੇ ਵਿੱਚ ਵੀ ਕਹੀ ਗਈ ਹੈ ਕਿਉਂਕਿ ਸੰਗਤ ਨੂੰ ਮੈਂ ਸੁਚੇਤ ਕਰਨਾ ਚਾਹੁੰਦਾ, ਭਾਈ ਮਰਦਾਨੇ ਕੇ ਖਾਨਦਾਨ ਨੂੰ ਆਪਾਂ ਦਰਬਾਰ ਸਾਹਿਬ ਤੋਂ ਚੱਕ ਕੇ ਬਾਹਰ ਕਰਤਾ, ਦੇਸ਼ ਆਜ਼ਾਦ ਹੋ ਗਿਆ, ਉਹ ਵਿਚਾਰੇ ਉਧਰ ਰਹਿ ਗਏ। ਹਰੂਨ ਖਾਲਦ ਦੀ ਪਾਕਿਸਤਾਨ ਦੀ ਸਭ ਤੋਂ ਵੱਡੀ ਅਖਬਾਰ ਆ ਦਾ ਡੌਨ ਦੇ ਵਿੱਚ ਇੱਕ ਇੰਟਰਵਿਊ ਛਪੀ ਉਹਨਾਂ ਪਰਿਵਾਰਾਂ ਦੀ 550 ਸਾਲਾਂ ਦੇ ਉੱਤੇ। ਇੱਕ ਵੱਖਰੀ ਗੱਲ ਹੈ ਜਿਹਨੂੰ ਮੈਂ ਕਹਿਣੀ ਜ਼ਰੂਰ ਚਾਹੁੰਦਾ ਪੰਥ ਨੂੰ, ਕਿਉਂਕਿ ਤੁਹਾਡਾ ਮਾਧਿਅਮ ਵੱਡਾ ਜੀ। ਵੀਰੇ ਹਰੂਨ ਖਾਲਦ ਦੁਨੀਆ ਦਾ ਮੰਨਿਆ ਪਰਮੰਨਿਆ ਜਰਨਲਿਸਟ ਹੈ। ਉਹਨੇ ਜਦੋਂ ਰਿਪੋਰਟਿੰਗ ਕੀਤੀ ਉਹਨਾਂ ਦੇ ਪਰਿਵਾਰ ਦੇ ਨਾਲ ਜਾ ਕੇ, ਜਿਹੜੇ ਮਰਦਾਨੇ ਕੇ, ਉਹ ਕਹਿੰਦੇ ਵੀ 550 ਸਾਲ ਪਹਿਲਾਂ ਬਾਬੇ ਨਾਨਕ ਦੀ ਗੱਲ ਚੱਲ ਰਹੀ ਹੈ, ਤੁਹਾਡਾ ਜਿਹੜਾ ਪੁਰਖਾ ਸੀਗਾ ਉਹ ਬਾਬੇ ਨਾਨਕ ਦਾ ਕੰਪੇਨੀਅਨ ਸੀਗਾ, ਅੱਜ ਤੁਹਾਨੂੰ ਵੀ ਪੰਥ ਨੇ ਪੁੱਛਿਆ ਆ ਕੇ। ਤੁਸੀਂ ਹੈਰਾਨ ਹੋਵੋਗੇ, ਮੈਂ ਰੋ ਪਊਂਗਾ ਇਹ ਗੱਲ ਕਹਿੰਦਾ ਹੋਇਆ। ਉਹ ਬੰਦੇ ਦਾਤਣਾ ਵੇਚ ਕੇ ਗੁਜ਼ਾਰਾ ਕਰਦੇ, ਦਾਤਣਾ ਵੇਚ ਕੇ। ਜਿਨ੍ਹਾਂ ਦੇ ਪੁਰਖੇ ਤਾਨਸੈਨ ਦੇ ਗੁਰੂ ਸੀਗੇ, ਜਿਨ੍ਹਾਂ ਦੇ ਪੁਰਖਿਆਂ ਨੇ ਤਾਨਸੈਨ ਨੂੰ ਮਿਊਜ਼ਿਕ ਸਿਖਾਇਆ ਸੀ, ਉਹ ਰਾਹਤ ਫਤਿਹ ਅਲੀ ਖਾਨ ਵਰਗੇ ਜਾਂ ਨੁਸਰਤ ਫਤਿਹ ਅਲੀ ਖਾਨ ਨੂੰ ਫੇਲ ਨਹੀਂ ਸੀ ਕਰ ਸਕਦੇ ਜੇ ਉਹ ਗਾਣੇ ਗਾਉਂਦੇ ਤੇ। ਉਹਨਾਂ ਨੂੰ ਦਾਤਣਾ ਕਿਉਂ ਵੇਚਣੀਆਂ ਪੈ ਰਹੀਆਂ? ਔਰ ਹਰੂਨ ਖਾਲਿਦ ਵਰਗੇ ਦੁਨੀਆ ਦੇ ਟੌਪ ਮੋਸਟ ਜਰਨਲਿਸਟ ਨੂੰ ਕਿਉਂ ਲਿਖਣਾ ਪੈ ਰਿਹਾ ਕਿ ਮਰਦਾਨੇ ਦੇ ਵੰਸ਼ਜ ਅੱਜ ਦਾਤਣਾ ਵੇਚ ਰਹੇ ਨੇ? ਮੈਂ ਸੰਗਤ ਨੂੰ ਦੱਸਣਾ ਚਾਹੁੰਦਾ, ਉਹ ਬੰਦੇ ਕਹਿੰਦੇ ਸਾਡਾ ਖਾਨਦਾਨ ਗੁਰਬਾਣੀ ਗਾਇਨ ਕਰਨ ਲਈ ਪੈਦਾ ਹੋਇਆ, ਅਸੀਂ ਗਾਣੇ ਗਾ ਕੇ, ਮੌਸੀਕੀ ਕਰਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਨਹੀਂ ਚਲਾਉਣਾ। ਜੇ ਅਸੀਂ ਕੀਰਤਨ ਨਹੀਂ ਕਰਾਂਗੇ, ਅਸੀਂ ਗਾਵਾਂਗੇ ਹੀ ਨਹੀਂ, ਭਾਵੇਂ ਸਾਨੂੰ ਦਾਤਣਾ ਵੇਚ ਕੇ ਜਿਹੜਾ ਗੁਜ਼ਾਰਾ ਕਰਨਾ ਪਵੇ। ਗਵਾਹ ਹੈ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੀਫ ਸੈਕਟਰੀ ਸਰਦਾਰ ਰੂਪ ਸਿੰਘ ਜੀ, ਉਹ ਸੁਣ ਰਹੇ ਹੋਣਗੇ ਕਦੀ, ਆ ਵੀਡੀਓ ਉਹਨਾਂ ਤੱਕ ਵੀ ਜਾ ਸਕਦੀ ਹੈ, ਸਾਰੇ ਜਿੰਦਾ ਨੇ।
ਉਹਨਾਂ ਨੂੰ ਬੇਨਤੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ 'ਚ ਵਸਦੇ ਹੋਏ ਭਾਈ ਮਰਦਾਨੇ ਦੇ ਵਾਰਸਾਂ ਦੀ 20,000 ਰੁਪਇਆ ਪੈਨਸ਼ਨ ਲਾਈ ਹੈ, ਕਿਉਂਕਿ ਉਹਨਾਂ ਦੇ ਘਰੇ ਰੋਟੀ ਨਹੀਂ ਪੱਕਦੀ। ਉਹ ਗਾਣੇ ਗਾ ਕੇ ਉਹ ਇਹਨਾਂ ਦੇ ਅੱਜ ਦੇ ਗਵਾਈਆਂ ਨੂੰ ਫੇਲ ਨਹੀਂ ਸੀ ਕਰ ਸਕਦੇ, ਪਰ ਉਹ ਕਹਿੰਦੇ ਨਾ 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 ਨਾ, ਸਾਡੇ ਪੁਰਖਿਆਂ ਨੇ ਸਿਰਫ ਗੁਰੂ ਘਰਾਂ 'ਚ ਕੀਰਤਨ ਕੀਤਾ, ਅਸੀਂ ਸਿਰਫ ਜੰਮੇ ਦੁਨੀਆ ਤੇ ਆਏ ਹਾਂ ਕੀਰਤਨ ਕਰਨ ਵਾਸਤੇ। ਜੇ ਸਿੱਖ ਮਰਿਆਦਾ ਦੇ ਨਾਂ ਤੇ ਸਾਡੇ ਤੋਂ ਕੀਰਤਨ ਨਹੀਂ ਕਰਾਉਣਗੇ, ਅਸੀਂ ਗਾਵਾਂਗੇ ਨਹੀਂ, ਭੁੱਖੇ ਮਰ ਜਾਾਂਗੇ, ਦਾਤਣਾ ਵੇਚ ਕੇ ਗੁਜ਼ਾਰਾ ਕਰ ਲਾਂਗੇ, ਪਰ ਅਸੀਂ ਕਦੇ ਵੀ ਕੀਰਤਨ ਤੋਂ ਇਲਾਵਾ ਕੋਈ ਗਾਣੇ ਨਹੀਂ ਕਰਾਂਗੇ। ਮੈਨੂੰ ਇਹ ਦੱਸੋ, ਜਿਹੜੀ ਉਹਨਾਂ ਦੀ ਪੀੜ੍ਹੀ ਅੱਜ ਭੁੱਖੀ ਮਰਦੀ ਵੀ ਗਾਣੇ ਨਹੀਂ ਗਾ ਰਹੀ, ਕੀ ਉਸ ਵੇਲੇ ਉਹ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਕਰਦੀ ਹੋਈ ਗਾਣੇ ਗਾਉਂਦੀ ਹੋਊਗੀ? ਬਿਲਕੁਲ ਨਹੀਂ। ਉਹਨਾਂ ਨੂੰ ਭੁੱਖੇ ਮਰਨ ਦੀ ਲੋੜ। ਜਿਹੜੇ ਬੰਦੇ ਕੋਲ ਗਾਉਣ ਦਾ ਹੁਨਰ ਹੈਗਾ, ਜਿਹਦੇ ਕੋਲ ਸਾਜ਼ ਹੈਗਾ, ਉਹ ਕਦੀ ਭੁੱਖਾ ਮਰ ਸਕਦਾ? ਪਰ ਉਹਨਾਂ ਕੋਲ ਸਾਜ਼ ਵੀ ਸੀ, ਗਾਇਨ ਸ਼ੈਲੀ ਵੀ ਸੀ, ਪਰ ਉਹਨਾਂ ਕਿਹਾ ਅਸੀਂ ਕੀਰਤਨ ਤੋਂ ਬਿਨਾਂ ਨਹੀਂ ਕਰਨਾ। ਸਿੱਖਾਂ ਦੀ ਬਦਕਿਸਮਤੀ ਹੈ, ਸਿੱਖਾਂ ਨੇ ਕਿਹਾ ਗੁਰਬਾਣੀ, ਕਿਉਂਕਿ ਸਾਡੀ ਮਰਜ਼ਾਦਾ 'ਚ ਲਿਖਿਆ ਸੀ ਕਿ ਸੰਗਤ ਦੇ ਵਿੱਚ ਕੀਰਤਨ ਕੇਵਲ ਸਿੱਖ ਕਰ ਸਕਦਾ, ਇਹਨਾਂ ਮੁਸਲਮਾਨਾਂ ਰਬਾਬੀਆਂ ਤੋਂ ਕੀਰਤਨ ਨਹੀਂ ਕਰਾਇਆ। ਹੋਇਆ ਕਿ ਰਬਾਬੀ ਵੀ ਭੁੱਖੇ ਮਰ ਗਏ ਤੇ ਸਿੱਖਾਂ ਦੇ ਕੋਲ ਰਬਾਬੀ ਪਰੰਪਰਾ ਖਤਮ। ਵੀਰ ਜੀ, ਪਰ ਜਦੋਂ ਆਪਾਂ ਤੰਤੀ ਸਾਜ਼ਾਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਇਹ ਚੀਜ਼ ਇੱਕ ਆਉਂਦੀ ਹੈ ਕਿ ਅਸੀਂ ਜਦੋਂ ਦੇਖਦੇ ਹਾਂ ਸਾਡੇ ਪਰਿਵਾਰਾਂ 'ਚੋਂ ਬੱਚੇ ਜਿਸ ਟਾਈਮ ਕੀਰਤਨ ਜਾਂ ਕੋਈ ਸਾਜ਼ ਸਿੱਖਣ ਜਾਂਦੇ ਨੇ, ਤਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਤੰਤੀ ਸਾਜ਼ ਹੁੰਦੇ ਨੇ ਸਿੱਖਣੇ ਬਹੁਤ ਔਖੇ ਨੇ, ਸਿੱਖੇ ਨਹੀਂ ਜਾਂਦੇ। ਵਾਜਾ ਛੇਤੀ ਸਿੱਖਿਆ ਜਾਂਦਾ ਜੀ ਤਾਂ ਇਹ ਸਿਖਾ ਦਿੰਦੇ ਹਾਂ, ਤਬਲਾ ਛੇਤੀ ਸਿੱਖਿਆ ਜਾਂਦਾ ਇਹ ਸਿਖਾ ਦਿੰਦੇ ਹਾਂ, ਪਰ ਕੀ ਸੱਚੀ ਇਹ ਇੰਨੇ ਔਖੇ ਨੇ ਕਿ ਸਿੱਖਣੇ? ਵੀਰੇ ਮੈਂ ਇੱਕ ਬੇਨਤੀ ਕਰਾਂ, ਇਹ ਸਾਜ਼ ਸਾਡੇ ਗੁਰੂ ਨੇ ਦਿੱਤੇ ਨੇ। ਮੈਂ ਫੇਰ ਕਹਿ ਰਿਹਾ, ਅਸੀਂ ਸਿੱਖਾਂ ਦੇ ਬੱਚੇ ਹਾਂ, ਕੋਈ 3-4 ਪੀੜ੍ਹੀਆਂ ਤੋਂ ਅਸੀਂ ਸਿੱਖੀ ਨਾਲ ਜੁੜੇ ਹੋਵਾਂਗੇ। ਜੀ ਜੀ, ਇਹ ਸਾਜ਼ ਸਾਡੇ DNA 'ਚ ਹੈ। ਆਖਿਓ ਨਾ, ਇਹ ਪ੍ਰਚਾਰਕ ਹੋਣ ਦੇ ਨਾਤੇ ਵੱਡਾ ਦਾਵਾ ਕਰਦਾ, ਤੁਸੀਂ ਇੱਕ ਵਾਰੀ ਗੁਰੂ ਦਾ ਸਾਜ਼ ਝੋਲੀ 'ਚ ਰੱਖ ਕੇ ਤਾਂ ਦੇਖੋ। ਮੈਂ ਤੁਹਾਨੂੰ ਕਲੀਅਰ ਕੱਟ ਕਹਿ ਰਿਹਾ, ਸੁਲਤਾਨਪੁਰ ਲੋਧੀ ਦੀ ਧਰਤੀ ਸੀ, ਪ੍ਰੋਫੈਸਰ ਸੁਰਿੰਦਰ ਸਿੰਘ ਜੀ ਰਾਜ ਅਕੈਡਮੀ ਲੰਡਨ ਵਾਲੇ ਆਪਣੇ ਜਥੇ ਸਮੇਤ ਉੱਥੇ ਕੀਰਤਨ ਕਰਨ ਲਈ ਬੈਠੇ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਉਹਨਾਂ ਨੇ ਰਬਾਬ ਮੇਰੀ ਝੋਲੀ 'ਚ ਰੱਖੀ, ਮੇਰਾ ਮਨ ਭਰ ਗਿਆ, ਅੱਖਾਂ ਭਰ ਗਈਆਂ ਮੇਰੀਆਂ। ਮੈਨੂੰ ਮਤਲਬ ਮੈਂ ਹੁਣ ਵੀ ਭਾਵੁਕ ਹੋ ਜਾਊਗਾ ਇਹ ਗੱਲ ਕਹਿੰਦਾ। ਤੁਹਾਨੂੰ ਇੰਜ ਲੱਗਦਾ ਯਾਰ ਗੁਰੂ ਨਾਨਕ ਦੀ ਘੜੀ ਹੋਈ ਚੀਜ਼ ਮੇਰੀ ਗੋਦੀ 'ਚ ਹੈ। ਤੁਸੀਂ ਫੀਲ ਤਾਂ ਕਰਕੇ ਵੇਖੋ, ਗੁਰੂ ਅਰਜਨ ਸਾਹਿਬ ਦਾ ਘੜਿਆ ਹੋਇਆ, ਗੁਰੂ ਅਰਜਨ ਸਾਹਿਬ ਦੀ ਸੁਰਤ 'ਚੋਂ ਨਿਕਲਿਆ ਹੋਇਆ ਸਨੰਦਾ ਤੁਹਾਡੀ ਗੋਦੀ 'ਚ ਹੈ। ਇਸ ਤੋਂ ਵੱਡੀ ਬਖਸ਼ਿਸ਼ ਤੁਹਾਡੇ ਘਰ ਹੋ ਸਕਦੀ? ਤੁਸੀਂ ਗੁਰੂ ਦੀ ਪੇਂਟਰ ਦੁਆਰਾ ਬਣਾਈ ਹੋਈ ਫੋਟੋ ਤੋਂ ਆਪਣੇ ਡਰਾਇੰਗ ਰੂਮ 'ਚ ਲਾ ਕੇ ਇੰਸਪੀਰੇਸ਼ਨ ਲੈ ਸਕਦੇ ਹੋ। ਗੁਰੂ ਦੇ ਘੜੇ ਹੋਏ ਸਾਜ਼ ਨੂੰ ਆਪਣੇ ਘਰ ਵਿੱਚ ਰੱਖ ਕੇ ਵੇਖੋ, ਤੁਹਾਨੂੰ ਕੀ ਇੰਸਪੀਰੇਸ਼ਨ ਮਿਲੇਗੀ। ਬਾਕੀ ਰਹੀ ਗੱਲ ਔਖੇ ਦੀ, ਵੀਰੇ ਦੁਨੀਆ ਤੇ ਕੋਈ ਚੀਜ਼ ਔਖੀ ਨਹੀਂ ਹੁੰਦੀ। ਲੋਕੀ ਤੇ ਚੰਨ ਤੇ ਪਹੁੰਚ ਗਏ, ਤੁਸੀਂ ਤਾਂ ਆਪਣੇ ਗੁਰੂ ਦਾ ਹੁਕਮ ਵਜਾਉਣਾ ਹੈ ਨਾ, ਔਰ ਉਹ ਔਖਾ ਵੀ ਨਹੀਂ ਹੈ। ਗੁਰੂ ਨੇ ਤੇ ਸੀਸ ਤਲੀ ਤੇ ਰੱਖ ਕੇ ਤੇਗ ਦੀ ਧਾਰ ਤੇ, ਖੰਡੇ ਦੀ ਧਾਰ ਤੇ ਤੁਰਨਾ ਸਿਖਾਇਆ ਸੀ, ਤੇ ਸਾਨੂੰ ਅੱਜ ਗੁਰੂ ਦਾ ਸਾਜ਼ ਹੀ ਭਾਰਾ ਲੱਗਣ ਲੱਗ ਗਿਆ। ਇਹ ਕੋਈ ਔਖਾ ਨਹੀਂ ਹੁੰਦਾ। ਮਸਲਾ ਸਿਰਫ ਇਸ ਗੱਲ ਦਾ, ਤੁਸੀਂ ਆਪਣੇ ਬੱਚਿਆਂ ਨੂੰ ਜੋੜ ਕੇ ਦੇਖੋ। ਮੈਂ ਉਹਦਾ ਨਾਂ ਨਹੀਂ ਲੈਣਾ ਧੀ ਦਾ, ਉਹ ਸਾਡੀ ਭੈਣ ਲੁਧਿਆਣੇ ਦੀ ਹੈ। ਕੋਈ ਕਾਰਨ ਬਸ ਉਹਨੇ ਬਾਹਰ ਜਾਣਾ ਸੀ, ਫਾਈਲ ਲਾਈ ਸੀ, ਪਰ ਉਹਦਾ ਨਾ ਮਤਲਬ ਵੀਜ਼ਾ ਵੂਜ਼ਾ ਵਗੈਰਾ ਸਾਰਾ ਕਨਫਰਮ ਸੀ, ਔਰ ਯੂਨੀਵਰਸਿਟੀ ਦੀ ਟੌਪਰ ਹੈ, ਲੁਧਿਆਣੇ ਦੀ ਹੀ ਇੱਕ ਯੂਨੀਵਰਸਿਟੀ ਦੀ ਉਹ ਟੌਪਰ ਸੀਗੀ, 골ਡ ਮੈਡਲਿਸਟ ਸੀਗੀ, ਪਰ ਉਹਦਾ ਕਰੀਅਰ ਤਬਾਹ ਹੋਣ ਦੇ ਕੰਢੇ ਤੇ ਆ ਗਿਆ। ਪਰ ਸਤਿਗੁਰੂ ਜੀ ਦੀ ਬਖਸ਼ਿਸ਼ ਉਹਦੇ ਕੋਲ ਜਿਹੜਾ ਉਹਦੀ ਝੋਲੀ ਦੇ ਵਿੱਚ ਦਿਲਰੁਬਾ ਸੀਗਾ। ਉਹ ਕਹਿੰਦੀ 8 ਮਹੀਨੇ ਮੈਂ ਟੁੱਟ ਗਈ ਆਪਣੀ ਜ਼ਿੰਦਗੀ ਚੋਂ, ਮਤਲਬ ਸੁਸਾਈਡਲ ਸਿਚੁਏਸ਼ਨ ਤੇ ਸੀ। ਉਹ ਮੂੰਹੋਂ ਬੋਲਦੀ ਹੈ, ਕਹਿੰਦੀ ਜੇ ਮੈਨੂੰ ਬਚਾਇਆ ਤੇ ਇਸ ਦਿਲਰੁਬਾ ਨੇ ਬਚਾਇਆ। ਜਿਸ ਦਿਨ ਉਹਦਾ ਆਨੰਦ ਕਾਰਜ ਹੋਇਆ, ਉਹ ਦਿਲਰੁਬਾ ਉਹਦੇ ਦਾਜ 'ਚ ਦਿੱਤਾ ਗਿਆ। ਇਹ ਗੱਲ ਯਾਦ ਰੱਖਣਾ, ਕਿਉਂਕਿ ਜੇ ਅਸੀਂ ਆਪਣੇ ਬੱਚਿਆਂ ਨੂੰ, ਆਪਣੀ ਆਉਣ ਵਾਲੀ ਪਨੀਰੀ ਨੂੰ ਗੁਰੂ ਦੇ ਸਾਜ਼ਾਂ ਨਾਲ ਜੋੜਾਂਗੇ, ਗੁਰੂ ਦੇ ਰਾਗਾਂ ਨਾਲ ਜੋੜਾਂਗੇ, ਉਹਨਾਂ ਦਾ ਮੈਂਟਲ ਹੀਲ ਹੋਣਾ, ਉਹਨਾਂ ਨੇ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ। ਜੇ ਭਾਈ ਬਾਬਕ ਵਰਗੇ ਜਾਂ ਭਾਈ ਸਦਾਨੰਦ ਜੀ ਵਰਗੇ ਇਸ ਲੈਵਲ ਤੇ ਸਾਡੇ ਪੁਰਖੇ, ਨਵਾਬ ਕਪੂਰ ਸਿੰਘ ਹੋਰੀ ਰਬਾਬੀ ਸੀਗੇ, ਇਤਿਹਾਸ ਪੜ੍ਹ ਕੇ ਦੇਖੋ। ਜੱਸਾ ਸਿੰਘ ਆਹਲੂਵਾਲੀਆ ਰਬਾਬੀ ਸੀਗਾ, ਇਤਿਹਾਸ ਪੜ੍ਹ ਕੇ ਦੇਖੋ। ਸੋ ਜੇ ਅਸੀਂ ਆਪਣੇ ਪੁਰਖਿਆਂ ਦਾ ਇਤਿਹਾਸ, ਕਿਉਂਕਿ ਜਿੰਨਾ ਸਾਨੂੰ ਪ੍ਰਚਾਰਕਾਂ ਨੇ, ਕਥਾਵਾਚਕਾਂ ਨੇ ਉਹਨਾਂ ਬਾਰੇ ਪੜ੍ਹਾਇਆ, ਅਸੀਂ ਤਾਂ ਉਹਨਾਂ ਹੀ ਪੜ੍ਹਿਆ। ਜਦੋਂ ਆਪ ਖੋਜ ਕਰਾਂਗੇ ਥੋੜੀ ਜਿਹੀ ਵਧੇਰੇ, ਤੇ ਇਸ ਪੱਖ ਵੱਲ ਧਿਆਨ ਦੇਵਾਂਗੇ ਕਿ ਰਾਗ ਦਾ ਲਿਖਿਆ ਹੋਇਆ ਟਾਈਟਲ ਨਹੀਂ ਹੈ, ਬਾਣੀ ਰਾਗ ਦੇ ਵਿੱਚ ਹੈ, ਕੱਲਾ ਟਾਈਟਲ ਨਹੀਂ ਹੈ ਕਿ ਇਹਦੇ 'ਚ ਗਾਉਣੀ ਹੈ। ਗੌੜੀ ਦੇ ਵਿੱਚ ਹੀ ਸੁਖਮਨੀ ਸਾਹਿਬ ਲਿਖਿਆ ਹੋਇਆ ਕਿ ਗੁਰੂ ਦਾ ਹੁਕਮ ਹੈ ਕਿ ਗੌੜੀ ਸੁਖਮਨੀ 'ਚ ਗਾਇਨ ਕਰੋ। ਭਾਵੇਂ ਤੁਸੀਂ ਸਾਜ਼ਾਂ ਨਾਲ ਕਰੋ, ਭਾਵੇਂ ਤੁਸੀਂ ਉਹ ਗੌੜੀ ਦੀ ਧੁਨ ਵਿੱਚ ਕਰੋ। ਸੋ ਮੇਰੀ ਬੇਨਤੀ ਰਹੂਗੀ ਇਹ ਵੀ ਇਹਦੇ ਆਪਾਂ ਕੰਟਰਾਡਿਕਟਰੀ ਨਾ ਕਰੀਏ। ਇਹ ਕੌਮ ਨੂੰ ਇਹ ਗੁਰੂ ਨੇ ਮੱਤ ਦਿੱਤੀ ਹੈ, ਇਹ ਜਥੇਦਾਰ ਸਾਹਿਬ ਦੀ ਸੁਰਤ ਵਿੱਚ ਸਤਿਗੁਰ ਦੇ ਬਖਸ਼ਿਸ਼ ਕੀਤੀ ਹੈ ਕਿ ਉਹਨਾਂ ਨੇ ਏਡੀ ਵੱਡੀ ਪਲੇਟਫਾਰਮ, ਏਡੀ ਵੱਡੀ ਪੰਥ, ਸਮੁੱਚਾ ਪੰਥ ਉੱਥੇ ਇਕੱਠਾ ਹੋਇਆ ਸੀ, ਉਸ ਸਟੇਜ ਤੋਂ ਇਹ ਗੱਲ ਕਹੀ ਹੈ
ਕਿ ਆਪਾਂ ਦਰਬਾਰ ਸਾਹਿਬ ਚੋਂ ਆਵਾਜ਼ਾਂ ਬਾਹਰ ਕਰਨਾ, ਇਹਨੂੰ ਨੈਗੇਟਿਵਲੀ ਨਾ ਲਈਏ, ਕਿਉਂਕਿ ਜੀ। ਤੁਸੀਂ ਇਹ ਗੱਲ ਮੰਨ ਕੇ ਚੱਲੋ ਕਿ ਹੁਣ ਤੁਸੀਂ ਦੱਸੋ ਸਵਿਟਜ਼ਰਲੈਂਡ ਦੇ ਵਿੱਚ ਸਵਿਸ ਬੈਂਕ ਆ, ਜਿੱਥੇ ਪੂਰੀ ਦੁਨੀਆ ਦਾ ਕਾਲਾ ਧਨ ਹੈ, ਉਹ ਕਦੀ ਹਾਂਜੀ। ਗਰੀਬ ਹੋ ਸਕਦਾ? ਨਹੀਂ ਹੁਣ ਕਦੇ ਕੋਈ ਭਲਕ ਨੂੰ ਕਹਿ ਦੇ ਵੀ ਅਸੀਂ ਸਵਿਟਜ਼ਰਲੈਂਡ ਹੀ ਗਰੀਬ ਹੋ ਗਿਆ। ਸੋ ਦਰਬਾਰ ਸਾਹਿਬ ਸਾਡਾ ਕੇਂਦਰੀ ਧੁਰ ਹੈ, ਸਾਡਾ ਆਖਰੀ ਮਰਕਜ਼ ਹੈ। ਅਸੀਂ ਸਿਰਫ ਉੱਥੇ ਆਪਣੀ ਜਿਹੜੇ ਗੁਰੂ ਦੀ ਬਖਸ਼ਿਸ਼ ਹੈ ਉਹਨੂੰ ਰਿਵਾਈਵ ਕਰਨ ਜਾ ਰਹੇ ਹਾਂ। ਜਿਹੜੀ ਗਲਤੀ ਸਾਡੇ ਪੁਰਖਿਆਂ ਨੇ ਪੌਣੇ 200 ਸਾਲ ਪਹਿਲਾਂ ਗੋਰਿਆਂ ਦੇ ਕਹਿਣ ਦੇ ਉੱਤੇ, ਕਿਉਂਕਿ ਉਦੋਂ ਸਾਰਾ ਤੁਹਾਨੂੰ ਪਤਾ ਹੈ ਜਨਰਲ ਡਾਇਰ ਨੇ ਗੋਲੀਆਂ ਮਾਰੀਆਂ, ਜਲਿਆਂਵਾਲਾ ਬਾਗ ਕੀਤਾ ਤੇ ਉਹਨੂੰ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ। ਮੈਂ ਉਹਨਾਂ ਹਾਲਾਤਾਂ ਦੀ ਗੱਲ ਕਰਾਂ ਜਦੋਂ ਗੋਰੀ ਸਰਕਾਰ ਦਾ ਕਬਜ਼ਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਸੀ, 1920 ਤੋਂ ਪਹਿਲਾਂ ਦੀ ਗੱਲ ਕਰਾਂ। ਉਸ ਵੇਲੇ ਜੋ ਗੋਰਿਆਂ ਨੇ ਰੱਖਿਆ, ਚਾਹੀਦਾ ਸੀ ਕਿ ਸਾਡੇ ਪੁਰਖੇ ਉਹਨੂੰ ਰਿਵਾਈਵ ਕਰਦੇ, ਪਰ 1947 ਤੱਕ ਸਾਨੂੰ ਜੰਗ ਲੜਨੀ ਪਈ। 1947 ਤੋਂ ਬਾਅਦ ਅਸੀਂ ਹਿੰਦ ਹਕੂਮਤ ਨਾਲ ਲੜ ਰਹੇ ਹਾਂ। ਉਸ ਤੋਂ ਬਾਅਦ 84 ਆ ਗਿਆ, 95 ਤੱਕ ਸਾਡਾ ਮੂਵਮੈਂਟ ਦੇ ਵਿੱਚ ਸਾਡਾ ਧਿਆਨ ਲੰਘ ਗਿਆ। ਅਸੀਂ ਆਪਣੀਆਂ ਕਦਰਾਂ ਕੀਮਤਾਂ ਰਿਵਾਈਵ ਨਹੀਂ ਕਰ ਸਕੇ। ਸਵਾਗਤ ਕਰਨਾ ਬਣਦਾ ਕਿ ਸਾਡੇ ਬੱਚੇ ਮਾਨਸਿਕ ਪੱਧਰ ਤੇ ਹੀਲ ਹੋਣ ਗੁਰੂ ਦੇ ਸਾਜਾ। ਠੀਕ ਹੈ ਜੀ, ਧੰਨਵਾਦ ਵੀਰ ਜੀ ਸਾਡੇ ਨਾਲ ਜੁੜਨ ਦਾ। ਸੰਗਤ ਨੂੰ ਜਿਹੜਾ ਹੈ ਤੁਸੀਂ ਇੰਨਾ ਮੈਸੇਜ ਦਿੱਤਾ ਇੱਕ, ਤੇ ਸਾਰੀ ਸੰਗਤ ਨੂੰ ਅਸੀਂ ਇੱਕ ਵਾਰੀ ਫੇਰ ਦੱਸ ਦਈਏ ਕਿ ਜੀ ਇਹ ਜਿਹੜਾ ਦਰਬਾਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਿਹੜਾ ਇੱਕ ਇਹ ਕੌਮ ਦੇ ਨਾਮ ਇੱਕ ਜਿਹੜਾ ਮੈਸੇਜ ਦਿੱਤਾ ਸੀਗਾ ਕਿ ਹੁਣ ਦਰਬਾਰ ਸਾਹਿਬ ਦੇ ਵਿੱਚ ਅਸੀਂ ਦੁਬਾਰਾ ਮੁੜ ਤੋਂ ਜਿਹੜੇ ਸਾਡੇ ਪੁਰਾਤਨ ਗੁਰਮਤਿ ਸੰਗੀਤ ਦੇ ਜਿਹੜੇ ਸਾਡੇ ਸਾਜ਼ ਨੇ ਅਸੀਂ ਉਹ ਵਾਪਸ ਲਿਆਈਏ, ਤੇ ਜਿਹੜਾ ਹਾਰਮੋਨੀਅਮ ਹੈ ਇੱਕ ਜਿਹੜਾ ਜਿਵੇਂ ਵੀਰ ਜੀ ਨੇ ਦੱਸਿਆ ਕਿ ਇਹ ਅੰਗਰੇਜ਼ਾਂ ਵੱਲੋਂ ਇੱਕ ਦਿੱਤਾ ਹੋਇਆ ਸਾਜ਼ ਹੈ, ਤੇ ਇਹਨੂੰ ਅਸੀਂ ਹੌਲੀ ਹੌਲੀ ਬਾਹਰ ਕੱਢੀਏ ਜੀ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਅਸੀਂ ਗੁਰਮਤਿ ਸੰਗੀਤ ਦੇ ਜਿਹੜੇ ਆਲਰੇਡੀ ਕਲਾਸੀਕਲ ਜਿਹੜਾ ਕੀਰਤਨ ਕਰਦੇ ਨੇ ਉਹਨਾਂ ਸਾਜ਼ਾਂ ਦੀ ਵਰਤੋਂ ਕਰਦੇ ਨੇ, ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾਵਾਂਗੇ ਜੀ। ਜੁੜੇ ਰਹੋ ਸਾਡੇ ਨਾਲ ਦਾ ਸਿਟੀ ਹੈਡਲਾਈਨਸ ਤੇ। ਧੰਨਵਾਦ।